students, myself is Kiran Bangad, English Mistress, Government Senior Secondary School, Dalpur, SPS Nagar. Today we are going to read the poem Death the Leveler, which comes on the 69th page of the 10th standard English main course book, Punjab School Education Board. So let's start it. This poem, Death the Leveler, is written by James Shirley. He is conveying the idea that death creates no difference between a king or a pauper. It treats equally to each and everyone, may be strong or weak, rich or poor. So everyone has to bow before death's power because it's very powerful and it treats equally to each and everyone. So no one is spared by its this death because it levels everyone. So man should not boast of his great acts. So dear students, we are going to explain the poem. First stanza, the first four lines. The glories of our blood and state are shadows, not substantial things. There is no armor against fate that lays his icy hand on king. In these lines, the poet is saying that whenever we take birth, we are living in the glories. We feel that we are living in a very good family, we are having good blood relations. So ਇਹਨਾਂ 4 ਲਾਈਨਸ ਦਾ ਮੀਨਿੰਗ ਕੀ ਹੈ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾ ਦਿੰਦੇ ਆ। ਸਾਡੇ ਜਨਮ ਦਾ ਗਲੋਰੀਜ਼ ਆਫ ਆਰ ਬਲੱਡ ਐਂਡ ਸਟੇਟ। ਗਲੋਰੀਜ਼ ਮੀਨਸ ਗਲੋਰੀਜ਼ ਸ਼ਾਨੋ ਸ਼ੌਕਤ, ਜਿਨ੍ਹਾਂ ਚੀਜ਼ਾਂ ਦੇ ਵਿੱਚ ਅਸੀਂ ਸ਼ੋਅ ਆਫ ਦੇ ਵਿੱਚ ਪਏ ਹੋਏ ਹਾਂ, ਸ਼ਾਨੋ ਸ਼ੌਕਤ ਉਹਨੂੰ ਕਿਹਾ ਗਿਆ। ਬਲੱਡ ਐਂਡ ਸਟੇਟ ਖਾਨਦਾਨ, ਜਿਸ ਖਾਨਦਾਨ 'ਚ ਅਸੀਂ ਜਨਮ ਲੈਂਦੇ ਹਾਂ। ਐਂਡ ਸ਼ੈਡੋਜ਼ ਨਾਟ ਸਬਸਟੈਂਸ਼ੀਅਲ ਥਿੰਗਸ, ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦੀਆਂ, ਉਹੋ ਜਿਹੀਆਂ ਚੀਜ਼ਾਂ। ਇਹਦਾ ਕੀ ਮੀਨਿੰਗ ਆ ਬੱਚੇ ਕਿ ਸਾਡਾ ਬਰਥ ਜਾਂ ਸਾਡੀ ਸ਼ਾਨੋ ਸ਼ੌਕਤ, ਜਿਹੜਾ ਮਾਣ ਯਸ਼, ਇਹ ਸਿਰਫ ਸ਼ੈਡੋਜ਼ ਦੀ ਤਰ੍ਹਾਂ ਹੁੰਦੇ ਆ, ਪਰਛਾਈਆਂ ਦੀ ਤਰ੍ਹਾਂ ਹੁੰਦੇ। ਇਹਨਾਂ ਦੇ ਕੋਈ ਠੋਸ ਚੀਜ਼ਾਂ ਨਹੀਂ ਹੁੰਦੀਆਂ, ਨਾਟ ਸਬਸਟੈਂਸ਼ੀਅਲ ਥਿੰਗਸ। ਇਹ ਕੋਈ ਇੰਨੀਆਂ ਠੋਸ ਮਹੱਤਵਪੂਰਨ ਚੀਜ਼ਾਂ ਨਹੀਂ ਹੁੰਦੀਆਂ ਕਿ ਜਿਨ੍ਹਾਂ 'ਤੇ ਇੰਨਾ ਗਰੂਰ ਕੀਤਾ ਜਾ ਸਕੇ। ਦੇਅਰ ਇਜ਼ ਨੋ ਆਰਮਰ ਅਗੇਂਸਟ ਫੇਟ, ਡੈਥ ਲੇਜ਼ ਹਿਜ਼ ਆਈਸੀ ਹੈਂਡ ਔਨ ਕਿੰਗਸ। ਆਰਮਰ ਕੀ ਹੁੰਦਾ? ਇੱਕ ਕਵਚ, ਫੇਟ ਕਿਸਮਤ। ਅਜਿਹਾ ਕੋਈ ਕਵਚ ਨਹੀਂ ਬਣਿਆ ਸਾਨੂੰ ਬਚਾਉਣ ਲਈ। ਇਹੋ ਜਿਹੀ ਕਿਸਮਤ ਤੋਂ ਬਚਾਉਣ ਵਾਲਾ ਅਜਿਹਾ ਕੋਈ ਕਵਚ ਨਹੀਂ ਹੁੰਦਾ। ਡੈਥ ਲੇਜ਼ ਹਿਜ਼ ਆਈਸੀ ਹੈਂਡ ਔਨ ਕਿੰਗਸ। ਆਈਸੀ ਹੈਂਡਸ, ਠੰਡੇ ਹੱਥ, ਬਰਫ਼ ਵਰਗੇ। ਮੌਤ ਆਪਣੇ ਬਰਫ਼ ਵਰਗੇ ਹੱਥ ਆ ਜਿਹੜੇ ਉਹ ਰਾਜਿਆਂ ਦੇ ਉੱਪਰ ਵੀ ਰੱਖ ਦਿੰਦੀ ਹੈ। ਸੋ ਰਾਜਿਆਂ ਨੂੰ ਵੀ ਮੌਤ ਇਹ ਸਪੇਅਰ ਨਹੀਂ ਕਰਦੀ। Now come to the second stanza. Sceptre and crown must tumble down, and in the dust be equal made with the poor crooked scythe and spade. Sceptre means Raj Satta, crown, Taj, must tumble down, नीचे गिरना, fall down. ਇਹਨਾਂ ਲਾਈਨਸ ਦੇ ਵਿੱਚ ਕੀ ਕਹਿ ਰਿਹਾ ਪੋਇਟ ਜੇਮਸ ਸ਼ਰਲੇ ਕਿ ਚਾਹੇ ਰਾਜ ਸੱਤਾ ਹੋਵੇ ਜਾਂ ਤਾਜ ਹੋਵੇ, ਤਾਜ ਕੌਣ ਪਹਿਨਦਾ? ਰਾਜੇ ਹੀ ਪਹਿਨਦੇ ਆ। ਚਾਹੇ ਰਾਜੇ ਦਾ ਤਾਜ ਹੋਵੇ ਜਾਂ ਉਹਦੀ ਰਾਜ ਸੱਤਾ ਹੋਵੇ, ਉਹਨੂੰ ਵੀ ਇੱਕ ਦਿਨ ਡਿੱਗਣਾ ਪੈਂਦਾ, ਝੁਕੇਗਾ, ਉਹ ਵੀ ਡਿੱਗ ਜਾਂਦਾ ਆ। ਐਂਡ ਇਨ ਦ ਡਸਟ ਵੀ ਇਕੁਅਲ ਮੇਡ, ਔਰ ਉਹ ਮਿੱਟੀ ਦੇ ਵਿੱਚ ਮਿਲ ਕੇ ਉਹ ਵੀ ਇਕੁਅਲ ਮੇਡ, ਬਰਾਬਰ ਹੀ ਹੋ ਜਾਂਦਾ ਬਾਕੀਆਂ ਦੇ। ਬੇਸ਼ੱਕ ਉਹ ਆਪਣੇ ਜੀਵਨ ਕਾਲ ਦੇ ਵਿੱਚ ਰਾਜਾ ਹੁੰਦਾ, ਪਰ ਮਰਨ ਤੋਂ ਬਾਅਦ ਮਿੱਟੀ 'ਚ ਮਿਲ ਕੇ ਬਰਾਬਰਤਾ ਆ ਜਾਂਦੀ ਹੈ ਸਭ ਦੇ ਵਿੱਚ। ਵਿਦ ਦ ਪੂਅਰ crooked scythe and spade. Crooked means rounded shape, ਗੋਲਾਕਾਰ। ਦਾਤੀ ਔਰ ਫਾਵੜਾ ਕੀ ਹੈਗੇ ਆ? ਔਜ਼ਾਰ ਹੈਗੇ ਆ। ਇਹਦੇ ਵਿੱਚ ਕੀ ਦੱਸਿਆ ਗਿਆ ਕਿ ਉਹ ਮਿੱਟੀ 'ਚ ਮਿਲ ਕੇ ਇੱਕੋ ਜਿਹਾ ਹੋ ਜਾਂਦਾ। ਗੋਲ ਆਕਾਰ ਵਾਲੀ ਜਿਹੜੀ ਦਾਤੀ ਹੈਗੀ ਆ, ਫਾਵੜਾ ਚਲਾਉਣ ਵਾਲੇ, ਦਾਤੀ ਚਲਾਉਣ ਵਾਲੇ ਗਰੀਬ ਕਿਸਾਨ ਆ ਜਿਹੜੇ, ਉਹਨਾਂ ਦੇ ਨਾਲ ਹੀ ਅੰਤ ਦੇ ਵਿੱਚ ਰਾਜਾ ਅਤੇ ਰੰਕ ਸਾਰੇ
ਮਰ ਕੇ ਮਿੱਟੀ ਦੇ ਵਿੱਚ ਹੀ ਮਿਲ ਜਾਂਦੇ ਆ ਅਤੇ ਉਹ ਇੱਕੋ ਜਿਹੇ ਹੋ ਜਾਂਦੇ ਆ। ਆਪਣੇ ਜੀਵਨ ਕਾਲ ਦੌਰਾਨ ਬੇਸ਼ੱਕ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੁੰਦਾ ਆ, ਬਟ ਮਰਨ ਤੋਂ ਬਾਅਦ ਮੌਤ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਦੀ। Now come to the stanza number 3. Some men were with swords may reap the field and plant fresh laurels where they kill, but their strong nerves at last must yield. They tame but one another still. Laurels means the gifts of victory. ਜਦੋਂ ਕੋਈ ਜਿੱਤ ਜਾਂਦਾ ਉਹਨੂੰ ਫਿਰ ਤੋਹਫੇ ਮਿਲਦੇ ਆ। ਉਹ ਕਿਸੇ ਵੀ ਸੈਂਸ 'ਚ ਹੋ ਸਕਦੇ ਆ, ਵਿਜ਼ੀਬਲ, ਨੋਨ ਵਿਜ਼ੀਬਲ। ਬਟ ਦੇਅਰ ਸਟਰੋਂਗ ਨਰਵਸ ਐਟ ਲਾਸਟ ਮਸਟ ਈਲਡ। ਨਰਵਸ ਇੱਥੇ ਬੋਡੀ ਦਾ ਸਿੰਬਲ ਲਿਆ ਗਿਆ, ਉਹਨੂੰ ਨਰਵਸ ਵਰਡ ਨੂੰ ਵਰਤ ਲਿਆ ਗਿਆ। ਦੇ ਟੇਮ ਬਟ ਵਨ ਅਨਦਰ ਸਟਿਲ। ਟੇਮ, ਪੈਟ, ਪਾਲਤੂ। Some men with swords may reap the field. ਕੁਝ ਲੋਕ ਕੀ ਕਰਦੇ ਆ, ਤਲਵਾਰਾਂ ਦੇ ਜ਼ੋਰ ਤੇ may reap the field, ਖੇਤਾਂ ਨੂੰ, ਫਸਲਾਂ ਨੂੰ ਕੱਟ ਸਕਦੇ। ਮੀਨਸ ਇੱਥੇ ਇਹ ਕੀ ਦੱਸਿਆ ਗਿਆ, ਇਹ ਗੱਲ ਕੀਤੀ ਗਈ ਹੈ ਤਲਵਾਰਾਂ ਵਾਲੇ ਯੋਧਿਆਂ ਦੀ, ਕਿ ਉਹ ਆਪਣੀ ਸੱਤਾ ਦੇ ਜ਼ੋਰ ਦੇ ਨਾਲ ਕਈ ਲੜਾਈਆਂ ਜਿੱਤ ਲੈਂਦੇ ਆ। ਕਿਸਾਨ ਦੇ ਕੋਲ ਤਾਂ ਆਪਣੇ ਥੋੜ੍ਹੇ ਛੋਟੇ ਮੋਟੇ ਸੰਦ ਹੁੰਦੇ ਆ ਨਾ, ਉਹਦੇ ਨਾਲ ਉਹ ਫਸਲ ਦੀ ਕਟਾਈ ਕਰਦਾ। ਬਟ ਇਹਨਾਂ ਕੋਲ ਆਪਣੇ ਜਿਹੜੇ ਸੱਤਾ ਦੇ ਵਿੱਚ ਹੁੰਦੇ ਆ, ਇਹਨਾਂ ਦੇ ਕੋਲ ਤਲਵਾਰਾਂ ਹੁੰਦੀਆਂ, ਉਹਦੇ ਜ਼ੋਰ 'ਤੇ ਯੁੱਧ ਕਰ ਸਕਦੇ ਆ। ਐਂਡ ਪਲਾਂਟ ਫਰੈਸ਼ ਲਾਰਲਸ ਵੇਅਰ ਦੇ ਕਿਲ। ਔਰ ਉਹ ਫਿਰ ਕੀ ਕਰਦੇ ਆ, ਦੂਜਿਆਂ ਨੂੰ ਤਬਾਹ ਕਰਕੇ, ਉਹਨਾਂ ਨੂੰ ਮਾਰ ਕੇ ਇੱਦਾਂ ਦੇ ਗਿਫਟਸ ਪ੍ਰਾਪਤ ਕਰ ਸਕਦੇ ਹਨ। ਮਤਲਬ ਆਪਣੀ ਜ਼ੋਰ ਨਾਲ ਪ੍ਰਾਪਤ ਕਰਦੇ ਆ, ਕੋਈ ਉਹਨਾਂ ਨੂੰ ਖੁਦ ਨਹੀਂ ਦੇ ਰਿਹਾ ਇਹ, ਉਹ ਆਪਣੀ ਜ਼ੋਰ ਦਿਖਾ ਕੇ ਹੀ ਇਹੋ ਜਿਹਾ ਕਰਦੇ ਆ। ਬਟ ਦੇਅਰ ਸਟਰੋਂਗ ਨਰਵਸ ਐਟ ਲਾਸਟ ਮਸਟ ਈਲਡ। ਪਰ ਜਿਹੜੀ ਉਹਨਾਂ ਦੀ ਇਹ ਜਿਹੜਾ ਇੰਨਾ ਸਟਰੋਂਗ ਬੋਡੀ ਆ, ਜਿਹਦੇ 'ਤੇ ਉਹ ਮਾਣ ਕਰਦੇ ਆ, ਆਖਿਰ ਦੇ ਵਿੱਚ ਉਸ ਬੋਡੀ ਨੂੰ ਵੀ ਝੁਕਣਾ ਪੈ ਜਾਂਦਾ, ਹਾਰ ਮੰਨਣੀ ਪੈ ਜਾਂਦੀ ਹੈ। ਦੇ ਮਸਟ ਈਲਡ, ਡਿਫੀਟ ਤਾਂ ਉਹਨਾਂ ਨੂੰ ਮੰਨਣੀ ਪੈਂਦੀ ਹੈ ਅੰਤ ਦੇ ਵਿੱਚ। ਦੇ ਟੇਮ ਬਟ ਵਨ ਅਨਦਰ ਸਟਿਲ। ਉਹ ਕੀ ਕਰਦੇ ਆ, ਸੋਚਦੇ ਆ ਉਹ ਵੀ ਦੂਜਿਆਂ ਨੂੰ ਉਹ ਟੇਮ ਕਰ ਲੈਣਗੇ, ਪਾਲਤੂ ਬਣਾ ਲੈਣਗੇ, ਉਹਨਾਂ 'ਤੇ ਰਾਜ ਕਰਨਗੇ। ਉਹ ਸਿਰਫ ਦੂਜਿਆਂ ਨੂੰ ਹਰਾ ਹੀ ਸਕਦੇ ਆ, ਬਾਕੀ ਇਨਸਾਨਾਂ ਨੂੰ ਹਰਾ ਸਕਦੇ ਆ, ਮੌਤ ਨੂੰ ਕਦੀ ਵੀ ਉਹ ਨਹੀਂ ਹਰਾ ਸਕਦੇ। Line number 13 to 16. Early or late, they stoop to fate and must give up their murmuring breath when the pale captives creep to death. Stoop means bowing, ਝੁਕਣਾ। murmuring, whispering, ਹੌਲੀ ਹੌਲੀ ਬੋਲਣਾ, ਗੁੜਗੁੜਾਣਾ। ਜਿਹੜੇ ਆਵਾਜ਼ ਕਿਸੇ ਦੂਸਰੇ ਨੂੰ ਸੁਣੇ ਨਾ, ਉਹਨੂੰ murmuring ਕਹਿ ਦਿੰਦੇ ਆ। when the pale captives creep to death. ਕੈਪਟਿਵਸ ਕੀ ਹੁੰਦੇ ਆ, ਜਦੋਂ ਕੋਈ ਵੀ ਯੁੱਧ ਹੋ ਜਾਂਦਾ ਉਸ ਤੋਂ ਬਾਅਦ ਗੁਲਾਮ ਬਣਾ ਲੈਂਦੇ ਆ ਉਹਨਾਂ ਨੂੰ। ਜਿੱਤੀ ਹੋਈ ਟੀਮ, ਜਿਹੜੀ ਜਿੱਤਿਆ ਹੋਇਆ ਸੈਨਿਕ ਟੁਕੜੀ ਆ, ਉਹ ਹਾਰੇ ਹੋਇਆਂ ਨੂੰ ਆਪਣੇ ਗੁਲਾਮ ਬਣਾ ਲੈਂਦੀ ਹੈ, ਕੈਦ ਕਰ ਲੈਂਦੀ ਹੈ। ਸੋ ਦੋਜ਼ ਆਰ ਕੈਪਟਿਵਸ। ਕਰੀਪ ਰਿੰਗ ਕੇ, ਰੇਂਗਣਾ, ਜ਼ਮੀਨ ਦੇ ਉੱਪਰ ਰੇਂਗਣ ਨੂੰ ਕਰੀਪ ਬੋਲਦੇ ਆ। ਸੋ अर्ਲੀ ਔਰ ਲੇਟ ਦੇ ਸਟੂਪ ਟੂ ਫੇਟ। ਚਾਹੇ ਕੋਈ ਜਲਦੀ ਹੋਵੇ, ਚਾਹੇ ਕੋਈ ਦੇਰੀ ਨਾਲ ਕਰੇ, ਮੀਨਸ ਕਦੀ ਨਾ ਕਦੀ ਤਾਂ ਉਹਨਾਂ ਨੂੰ ਕਿਸਮਤ ਦੇ ਅੱਗੇ ਝੁਕਣਾ ਹੀ ਪੈਂਦਾ ਹੈ। ਕੋਈ ਪਹਿਲਾਂ ਝੁਕ ਜਾਂਦਾ, ਕੋਈ ਬਾਅਦ ਵਿੱਚ। ਮਤਲਬ ਕਿਸੇ ਦੀ ਮੌਤ ਪਹਿਲਾਂ ਆ ਜਾਂਦੀ ਹੈ, ਕਿਸੇ ਦੀ ਮੌਤ ਬਾਅਦ ਵਿੱਚ ਆਉਂਦੀ ਹੈ, ਪਰ ਆਉਂਦੀ ਜ਼ਰੂਰ ਆ। ਹਰ ਇੱਕ ਦੀ ਹੀ ਆਉਂਦੀ ਹੈ, ਚਾਹੇ ਉਹ ਰਾਜਾ ਹੀ ਕਿਉਂ ਨਾ ਹੋਵੇ, ਉਹਦੀ ਵੀ ਮੌਤ ਆਉਂਦੀ ਹੀ ਹੈ। ਐਂਡ ਮਸਟ ਗਿਵ ਅਪ ਦੇਅਰ ਮਰਮਰਿੰਗ ਬ੍ਰੈਥ। ਜਦੋਂ ਕਿਸਮਤ ਦੇ ਅੱਗੇ ਝੁਕ ਜਾਂਦੇ ਆ, ਫਿਰ ਉਹ ਬੁੜ ਕਰਦੇ ਹੋਏ, ਬੋਲਦੇ ਹੋਏ, ਵਿਸਪਰ ਕਰਦੇ, ਉਹਨਾਂ ਨੂੰ ਸਾਹ ਛੱਡਣੇ ਪੈਂਦੇ ਆ। ਕੁਛ ਨਾ ਕੁਛ ਬੋਲਦੇ ਆ, ਕੁਛ ਰਹਿ ਜਾਂਦਾ, ਉਹ ਕੁਛ ਨਾ ਕੁਛ ਬੋਲਦੇ ਆ, ਫਿਰ ਉਹਨਾਂ ਨੂੰ ਆਪਣੇ ਸਾਹ ਛੱਡਣੇ ਪੈ ਜਾਂਦੇ ਆ। when the pale captives creep to that. pale means ਪੀਲਾ ਪੈ ਜਾਂਦਾ ਰੰਗ ਜਦੋਂ। ਅਤੇ ਜਦੋਂ ਉਹ ਜਿਹੜੇ ਪੀਲੇ ਪਏ ਹੋਏ ਜਿਹੜੇ ਗੁਲਾਮ ਬਣਾਏ ਆ ਉਹਨਾਂ ਨੇ ਕੈਦੀ, ਫਿਰ ਉਹਨਾਂ ਦੇ ਤਰ੍ਹਾਂ ਹੀ ਰੇਂਗਦੇ ਹੋਏ ਮੌਤ ਵੱਲ ਉਹ ਆਪ ਵੀ ਵੱਧਦੇ ਆ। ਠੀਕ ਹੈ, ਇਹ ਉਹਨਾਂ ਗੁਲਾਮਾਂ ਦੀ ਤਰ੍ਹਾਂ, ਉਹਨਾਂ ਕੈਦੀਆਂ ਦੀ ਤਰ੍ਹਾਂ ਹੀ ਖੁਦ ਵੀ ਮਰ ਜਾਂਦੇ ਆ। ਮੌਤ ਦੇ ਸਾਹਮਣੇ ਕੋਈ ਫਰਕ ਨਹੀਂ ਆ, ਚਾਹੇ ਉਹ ਕੋਈ ਕੈਦੀ ਆ, ਚਾਹੇ ਕੋਈ ਰਾਜਾ ਆ। ਅਤੇ ਮੌਤ ਦੇ
ਆਗੋਸ਼ ਵਿੱਚ ਸਭ ਨੂੰ ਜਾਣਾ ਹੀ ਪੈਂਦਾ ਹੈ। Now lines from 17 to 20th. The garlands wither on your brow, then boast no more your mighty deeds. Upon death's purple altar now, see where the victim bleeds. Wither means dried up. When the leaves dried up, ਮੁਰਝਾ ਜਾਂਦੇ ਆ, ਫੁੱਲ ਵੀ ਮੁਰਝਾ ਜਾਂਦੇ, ਸੁੱਕ ਜਾਂਦੇ ਆ, that condition is wither. Boast means ਆਪਣੀਆਂ ਸ਼ੇਖੀਆਂ ਬਘਾਰਨਾ, ਕਿਸੇ ਚੀਜ਼ ਨੂੰ show off ਕਰਨਾ, that is boast. ਮਾਈਟੀ ਡੀਡਸ ਕਿਹੜੇ ਹੁੰਦੇ? ਸਾਡੇ ਗ੍ਰੇਟੈਸਟ, ਜਿਹੜੇ ਅਸੀਂ ਅੱਛੇ ਕੰਮ, ਗ੍ਰੇਟ ਮਤਲਬ ਜਿਨ੍ਹਾਂ ਨੂੰ ਖੁਦ ਰਾਜਾ ਜਾਂ ਵੱਡੇ ਲੋਕ ਮੰਨਦੇ ਆ ਕਿ ਉਹਨਾਂ ਨੇ ਕਾਫੀ ਮਹਾਨ ਕੰਮ ਕੀਤੇ, ਦੋਜ਼ ਆਰ ਕਾਲਡ ਮਾਈਟੀ ਡੀਡਸ। upon death's purple altar now, altar, purple altar, death's purple altar, ਚਿਤਾ ਦੇ ਉੱਪਰ ਜਿਹੜਾ ਕੱਪੜਾ ਪਾਇਆ ਜਾਂਦਾ, see where the victim bleeds। ਹੁਣ ਇਹ ਬਹੁਤ ਇੰਪੋਰਟੈਂਟ ਹੈ ਬੇਟੇ ਸਟੈਂਜ਼ਾ, ਇਹਨੂੰ ਬੜੇ ਧਿਆਨ ਨਾਲ ਸੁਣਨਾ ਤੁਸੀਂ। The garlands wither on your brow, ਜਿਹੜੇ ਤੁਹਾਡੇ ਮੱਥੇ ਤੇ ਹਾਰ ਪਾਏ ਹੋਏ ਆ ਉਹ ਜਲਦੀ ਹੀ, ਜਿੱਤ ਦੇ ਜਿਹੜੇ ਹਾਰ, ਜਦੋਂ ਜਿੱਤ ਜਾਂਦੇ ਆ ਤਾਂ ਫਿਰ ਹਾਰਾਂ ਨਾਲ ਸਵਾਗਤ ਹੁੰਦਾ ਨਾ, ਹਾਰ ਪਾਉਂਦੇ, ਖੁਸ਼ੀ ਮਨਾਉਂਦੇ, ਉਹ ਜਲਦੀ ਸੁੱਕ ਜਾਣੇ ਆ। ਪੋਇਟ ਕਹਿ ਰਿਹਾ, ਜੇਮਸ ਸ਼ਰਲੇ ਕਹਿ ਰਹੇ ਰਾਜੇ ਨੂੰ, ਜਿੱਤੇ ਹੋਏ ਜਿਹੜਾ ਸੱਤਾਵਾਨ ਲੋਕ ਆ ਉਹਨਾਂ ਨੂੰ ਕਹਿ ਰਿਹਾ ਕਿ ਇਹ ਜਿਹੜੇ ਹਾਰ ਆ ਜਲਦੀ ਸੁੱਕ ਜਾਣੇ ਜਿਹੜੇ ਤੁਹਾਡੇ ਮੱਥਿਆਂ ਤੇ ਪਾਏ ਹੋਏ ਆ ਨਾ, ਇਸ ਲਈ ਇਹਦੇ ਲਈ ਇੰਨਾ ਬੋਸਟ ਨਾ ਕਰੋ। ਦੈਨ ਬੋਸਟ ਨੋ ਮੋਰ ਯੂਰ ਮਾਈਟੀ ਡੀਡਸ, ਇਸ ਲਈ ਆਪਣੇ ਜਿਹੜੇ ਕੀਤੇ ਗਏ ਕੰਮ ਆ ਨਾ, ਤਗੜੇ ਹੋ ਕੇ ਤੁਸੀਂ ਕੀਤੇ ਆ ਕੰਮ, ਉਹਨਾਂ ਦੀਆਂ ਸ਼ੇਖੀਆਂ ਨਾ ਬਘਾਰੋ, ਇਹ ਵੀ ਤੁਹਾਡੇ ਵੀ ਹਾਰ ਮੁਰਝਾ ਜਾਣੇ। upon death's purple altar now, ਜਦੋਂ ਚਿਤਾ ਦੇ ਕੱਪੜੇ ਦੇ ਵਿੱਚ ਲਾਸ਼ ਲਿਪਟਣੀ ਹੈ ਨਾ, ਉਸ ਮੌਤ ਦੇ ਸਾਹਮਣੇ ਇਹ ਸਾਰੇ ਮੁਰਝਾ ਜਾਣੇ। see where the victim bleeds, this is the most important line, victim bleed। ਉਹ ਕਹਿੰਦਾ ਪਰਪਲ ਆਲਟਰ ਕੀ ਆ? ਜਾਮਨੀ ਰੰਗ ਦਾ ਜਿਹੜਾ ਚਿਤਾ ਤੇ ਪਾਇਆ ਹੋਇਆ ਕੱਪੜਾ ਆ, ਤੇ ਦੂਸਰਾ ਸੀ ਵੇਅਰ ਦਾ ਵਿਕਟਿਮ ਬਲੀਡ, ਦੂਜੇ ਪਾਸੇ ਉਹ ਦੇਖੋ ਜਿਹੜਾ ਜੇਤੂ ਤੇ ਹਾਰਿਆ ਹੋਇਆ ਬਰਾਬਰ ਹੀ ਆ, ਜਿੱਤਿਆ ਵੀ ਆ ਹਾਰਿਆ ਵੀ ਆ, ਜਿੱਤ ਕੇ ਵੀ ਹਾਰ ਗਿਆ। ਕਈ ਵਾਰ ਇਹੋ ਜਿਹੀ ਕੰਡੀਸ਼ਨ ਆ ਜਾਂਦੀ ਕਿ ਅਸੀਂ ਜਿੱਤ ਕੇ ਵੀ ਹਾਰ ਜਾਂਦੇ ਹਾਂ, ਕਿਉਂਕਿ ਅਸੀਂ ਉਸ ਜਿੱਤ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਖੋ ਦਿੰਦੇ ਹਾਂ, ਇਹੋ ਜਿਹਾ ਗਵਾ ਦਿੰਦੇ ਹਾਂ ਜਿਹੜਾ ਸਾਨੂੰ ਬਾਅਦ ਵਿੱਚ ਸਾਰੀ ਜ਼ਿੰਦਗੀ ਪਛਤਾਵਾ ਹੁੰਦਾ। ਜਿਸ ਤਰ੍ਹਾਂ ਤੁਸੀਂ ਯੂ ਕੈਨ ਅੰਡਰਸਟੈਂਡ ਦਿਸ ਬਾਈ ਦ ਐਗਜ਼ਾਮਪਲ ਆਫ ਕਲਿੰਗ ਯੁੱਧ। ਕਲਿੰਗ ਯੁੱਧ ਦੇ ਵਿੱਚ ਕੀ ਹੋਇਆ ਸੀ? ਕਿੰਗ ਅਸ਼ੋਕਾ ਨੇ ਰਾਜ ਕੀਤਾ, ਉਹਨੇ ਕਿੰਨੇ ਲੋਕਾਂ ਨੂੰ ਮਾਰਿਆ, 1 ਲੱਖ ਦੇ ਕਰੀਬ ਲੋਕ ਮਰ ਗਏ, ਕਿੰਨਾ ਖੂਨ ਖਰਾਬਾ ਹੋਇਆ। ਉਸ ਤੋਂ ਬਾਅਦ ਫਿਰ ਉਹਨੂੰ ਬਾਅਦ ਵਿੱਚ ਸਮਝ ਆਈ ਕਿ ਮੈਂ ਇੰਨਾ ਖੂਨ ਬਹਾ ਦਿੱਤਾ, ਪਰ ਉਹ ਬਾਅਦ ਵਿੱਚ ਆਈ ਸਮਝ ਤਾਂ ਕੀ ਆਈ, ਉਦੋਂ ਤੱਕ ਤਾਂ ਨੁਕਸਾਨ ਹੋ ਚੁੱਕਾ ਹੁੰਦਾ। ਇਸ ਲਈ ਉਹਦੀ ਕੰਡੀਸ਼ਨ ਕੀ ਸੀ ਕਿ ਉਹ ਜਿੱਤ ਕੇ ਵੀ ਹਾਰਿਆ ਹੋਇਆ ਮਹਿਸੂਸ ਕਰਦਾ ਸੀ। ਸੋ ਜੇਮਸ ਸ਼ਰਲੇ ਵਾਂਟਸ ਟੂ ਸੇ ਹੇਅਰ ਦੈਟ ਜਦੋਂ ਅਸੀਂ ਜਿੱਤ ਜਾਂਦੇ ਹਾਂ ਨਾ, ਤਾਂ ਇਹ ਜਿਹੜੇ ਸ਼ੇਖੀ ਮਾਰਨ ਵਾਲੇ ਲੋਕ ਆ, ਇਹ ਨਾ ਸਮਝਣ ਕਿ ਜਿੱਤ ਗਏ ਆ, ਇਹਨਾਂ ਦੇ ਹਾਰ ਪੈ ਗਏ ਆ, ਇਹ ਹਾਰ ਵੀ ਸੁੱਕ ਜਾਣੇ ਆ। ਜਦੋਂ ਇਹਨਾਂ ਦੇ ਚਿਤਾ ਦੇ ਕੱਪੜੇ 'ਚ ਲਿਪਟੀਆਂ ਲਾਸ਼ਾਂ ਹੋਣੀਆਂ ਆ, ਖੂਨ ਨਾਲ ਲੱਥਪੱਥ ਜਿਹੜੇ ਆ, ਤੇ ਹਾਰਿਆ ਤੇ ਜੇਤੂ ਕਿਸ ਤਰ੍ਹਾਂ ਖੂਨ ਦੇ ਵਿੱਚ ਹੀ ਲਿਬੜੇ ਪਏ। ਜਿਹੜਾ ਹਾਰਿਆ ਆ ਉਹ ਤਾਂ ਹੋਇਆ ਹੀ ਆ ਖੂਨ ਦੇ ਵਿੱਚ ਲੱਥਪੱਥ, ਜਿਹੜਾ ਜਿੱਤਿਆ ਹੋਇਆ ਉਹਦੇ ਵੀ ਹੱਥ ਖੂਨ 'ਚ ਹੀ ਰੰਗੇ ਹੋਏ ਆ, ਅੰਤ ਨੂੰ ਉਹਨੇ ਵੀ ਮੌਤ ਦੇ ਮੂੰਹ 'ਚ ਹੀ ਜਾਣਾ ਹੈ। The last stanza of this poem, your heads must come to the cold tomb, only the actions of the just smell sweet and blossom in their dust. This is also very important to understand because this is the summary of our life too. ਕੀ ਕਹਿ ਰਿਹਾ? ਟੌਮ ਕਿਹਨੂੰ ਕਹਿੰਦੇ ਆ? ਕਬਰ। ਔਰ ਇਹਦੇ ਵਿੱਚ ਬਲੌਸਮ ਖਿੜਿਆ ਹੋਇਆ, ਖੁਸ਼ ਮਿਜ਼ਾਜ, ਡਸਟ ਯੂ ਨੋ ਮਿੱਟੀ, ਐਂਡ ਜਸਟ ਓਨੈਸਟ, ਨਿਆਂਪੂਰਨ। ਕੀ ਕਹਿ ਰਿਹਾ ਜੇਮਸ ਸ਼ਰਲੇ ਇਹਦੇ ਵਿੱਚ ਪੋਇਟ ਕਹਿ ਰਿਹਾ, ਯੂਅਰ ਹੈਡ ਮਸਟ ਕਮ ਟੂ ਦਾ ਕੋਲਡ ਟੌਮ, ਤੁਹਾਡੇ ਸਿਰਾਂ ਨੂੰ, ਤੁਹਾਡੇ ਕਿਹਨਾਂ ਦੇ? ਜਿਹੜੇ ਯੁੱਧ ਲੜਦੇ ਆ, ਜਿਹੜੇ ਰਾਜੇ ਦੀਆਂ ਫੌਜਾਂ ਆ ਜਾਂ ਖੁਦ ਕਿੰਗ ਹੈਗਾ ਆ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਜਿਹੜੇ ਸਿਰ ਹੈਗੇ ਆ ਉਹਨਾਂ ਨੂੰ ਜ਼ਰੂਰ ਹੀ ਕਬਰ 'ਚ ਆਉਣਾ ਪਏਗਾ। ਇਹ ਠੰਡੀਆਂ ਕਬਰਾਂ, ਕੋਲਡ ਟੌਮ, ਠੰਡੀਆਂ ਕਬਰਾਂ ਦੇ ਵਿੱਚ ਜ਼ਰੂਰ ਹੀ ਆਉਣਾ ਪਏਗਾ। ਮਰਨ ਤੋਂ ਬਾਅਦ ਇਨਸਾਨ ਠੰਡਾ ਪੈ ਜਾਂਦਾ ਉਹਦਾ ਸਰੀਰ, ਠੀਕ ਆ, ਅਤੇ ਉਹ ਸੁੰਨ ਹੋ ਜਾਂਦਾ।
ਠੰਡੀਆਂ ਖਬਰਾਂ 'ਚ ਤੁਹਾਨੂੰ ਆਉਣਾ ਹੀ ਪਏਗਾ। ਓਨਲੀ ਦ ਐਕਸ਼ਨਸ ਆਫ ਦ ਜਸਟ ਸਮੈਲ ਸਵੀਟ ਐਂਡ ਬਲੌਸਮ ਇਨ ਦੇਅਰ ਡਸਟ। ਇਹਦੇ ਵਿੱਚ ਸਾਰਾ ਕਹਿਣਾ ਕੀ ਚਾਹ ਰਿਹਾ ਸੀ ਐਕਚੁਅਲੀ, ਸਾਨੂੰ ਮੌਤ ਦੇ ਬਾਰੇ 'ਚ ਵਾਰ-ਵਾਰ ਦੱਸ ਕੇ ਪੋਇਟ ਕਹਿਣਾ ਕੀ ਚਾਹ ਰਿਹਾ ਸੀ ਕਿ ਸਿਰਫ ਜਿਹੜੇ ਲੋਕ ਓਨੈਸਟ ਆ, ਆਪਣੇ ਕੰਮ ਦੇ ਪ੍ਰਤੀ ਓਨੈਸਟ ਹੈਗੇ ਆ, ਨਿਆਂਪੂਰਵਕ ਉਹਨਾਂ ਦਾ ਬਿਹੇਵੀਅਰ ਆ, ਉਹਨਾਂ ਦੇ ਮਰਨ ਤੋਂ ਬਾਅਦ ਹੀ ਸਮੈਲ ਸਵੀਟ ਐਂਡ ਬਲੌਸਮ ਇਨ ਦੇਅਰ ਡਸਟ, ਉਹਨਾਂ ਦੇ ਮਰਨ ਤੋਂ ਬਾਅਦ ਹੀ ਜਿਹੜੀ ਉਹਨਾਂ ਦੀ ਮਿੱਟੀ ਆ, ਉਹਨਾਂ ਦੀ ਧੂੜ ਆ, ਉਹਨਾਂ ਦੀ ਕਬਰ ਦੀ ਧੂੜ ਕਹਿ ਲਓ, ਉਹ ਉਹਦੇ ਵਿੱਚ ਵੀ ਫੁੱਲਾਂ ਵਾਂਗ ਹੀ ਖਿੜਦੇ ਆ ਅਤੇ ਮਹਿਕਦੇ ਰਹਿੰਦੇ ਆ, ਸਾਨੂੰ ਸੁਗੰਧਿਤ ਕਰਦੇ ਆ। ਸਮੈਲ ਸਵੀਟ, ਉਹ ਖਿੜ ਕੇ ਸਾਨੂੰ ਫੁੱਲਾਂ ਵਾਂਗ ਮਹਿਕਾਉਂਦੇ ਆ। ਕੌਣ? ਕਿਹੜੇ ਲੋਕ? ਜਿਨ੍ਹਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੋਈ ਗਰੀਡ ਨਹੀਂ ਹੁੰਦਾ, ਲਾਲਚ ਨਹੀਂ ਹੁੰਦਾ, ਮਹਾਨ ਐਕਸ਼ਨਸ ਦੀ ਬੋਸਟਿੰਗ ਨਹੀਂ ਕਰਦੇ, ਉਹ ਸਿਰਫ ਆਪਣਾ ਕੰਮ ਕਰਦੇ ਆ ਓਨੈਸਟੀ ਦੇ ਨਾਲ, ਔਰ ਨਿਆਂ ਜਿਹੜਾ ਆ ਉਹ ਨਿਆਂ ਪਸੰਦ ਹੁੰਦੇ। ਸੋ ਅਜਿਹੇ ਲੋਕ ਤੁਸੀਂ ਬਣਨਾ ਡੀਅਰ ਸਟੂਡੈਂਟਸ। ਇਸ ਪੋਇਮ ਦੇ ਵਿੱਚ ਜੇਮਸ ਸ਼ਰਲੇ ਦੀ ਵੱਲੋਂ ਇਹੀ ਸਮਝਾਇਆ ਗਿਆ ਕਿ ਜਿਹੜੀ ਡੈਥ ਆ ਉਹ ਕਿਸੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਡਿਫਰੈਂਸ ਨਹੀਂ ਕਰਦੀ, ਉਹ ਸਾਰਿਆਂ ਨੂੰ ਇਕੁਅਲੀ ਟਰੀਟ ਕਰਦੀ ਹੈ, ਚਾਹੇ ਕੋਈ ਅਮੀਰ ਹੈ, ਗਰੀਬ ਹੈ, ਰਾਜਾ ਹੈ, ਰੰਕ ਹੈ। ਪਰ ਐਂਡ ਦੇ ਵਿੱਚ ਉਹਨੇ ਇੱਕ ਬਹੁਤ ਅੱਛੀ ਗੱਲ ਕਹਿ ਦਿੱਤੀ ਕਿ ਜਿਹੜੇ ਨਿਆਂਪੂਰਨ ਲੋਕ ਆ, ਅੱਛੇ ਕੰਮ ਕਰਦੇ ਆ, ਉਹ ਹਮੇਸ਼ਾ ਸਾਡੀ ਇਹਨਾਂ ਵਾਦੀਆਂ ਦੇ ਵਿੱਚ, ਧੂੜ ਦੇ ਵਿੱਚ ਹਮੇਸ਼ਾ ਉਹਨਾਂ ਦੇ ਕਣ ਮੌਜੂਦ ਰਹਿਣਗੇ, ਹਮੇਸ਼ਾ ਉਹ ਸੁਗੰਧਿਤ ਕਰਨਗੇ, ਹਮੇਸ਼ਾ ਉਹਨਾਂ ਵਾਂਗ ਖਿੜੇ ਰਹਿਣਗੇ। ਸੋ ਅਸੀਂ ਅੱਛੇ ਲੋਕ ਬਣਨਾ ਹੈ, ਨਿਆਂਪਸੰਦ ਲੋਕ ਬਣਨਾ। ਸੋ what the poet wanted to convey you, I think whenever you will read this poem and after that you will come to the audio, it will make you able to understand the whole explanation. So read it carefully. First of all, read the book, and after that come to the audio, listen it for twice or thrice, and I'm sure that you will understand the whole explanation. So good luck, students.